ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਵਕਤ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਉੱਪਰ, ਦਿੱਲੀ ਦੇ ਉੱਪਰ ਜਿੱਤ ਹੋ ਸਕਦੀ ਹੈ। ਉਮੀਦ ਇਸ ਲਈ ਕਿਉਂਕਿ ਕਿਸਾਨ ਅੰਦੋਲਨ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸਿਰਫ ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਨਹੀਂ, ਸਗੋਂ ਦੀ ਪੂਰੇ ਭਾਰਤ ਦੇ ਕਿਸਾਨਾਂ ਦਾ ਇਹ ਅੰਦੋਲਨ ਹੋ ਚੁੱਕਿਆ। ਪਿਛਲੇ ਕਈ ਦਿਨਾਂ ਤੋਂ ਨਹੀਂ, ਆਪਾਂ ਕਈ ਮਹੀਨਿਆਂ ਤੋਂ ਕਹਿ ਸਕਦੇ ਹਾਂ, ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਚੱਲ ਰਹੇ ਯੋਗਰਾਜ ਸਿੰਘ ਜਿਹੜੇ ਹੈਗੇ ਪੰਜਾਬੀ ਮਸ਼ਹੂਰ ਐਕਟਰ, ਉਹ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਵੀ ਸੀਗੇ, ਜਿੱਥੇ ਉਹਨਾਂ ਦੀ ਥੋੜ੍ਹੀ ਤਬੀਅਤ ਨਾਸਾਜ਼ ਹੋ ਗਈ ਹੈ। ਉਹ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਯੋਗਰਾਜ ਸਿੰਘ ਜੀ ਤੁਹਾਡਾ ਰੋਜ਼ਾਨਾ ਲੋਕਨਾਥ ਟੀਵੀ 'ਤੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਪਤਾ ਲੱਗਿਆ ਹੈ ਕਿ ਤਬੀਅਤ ਤੁਹਾਡੀ ਅੱਜ ਠੀਕ ਨਹੀਂ ਹੈ, ਕੀ ਗੱਲ ਹੋਈ? ਤੇ ਵੈਸੇ ਵੀ ਅਸੀਂ ਕੁਝ ਦੇਖ ਰਹੇ ਸੀ ਤਸਵੀਰਾਂ ਦੇ ਵਿੱਚ ਵੀ, ਤੁਹਾਡੀ ਇੱਕ ਤਾਂ ਬਾਂਹ 'ਤੇ ਵੀ ਸੱਟ ਲੱਗੀ ਹੋਈ ਸੀ, ਤੁਹਾਨੂੰ ਚੱਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਤਕਲੀਫ ਆ ਰਹੀ ਸੀ, ਫਿਰ ਵੀ ਤੁਸੀਂ ਉੱਥੇ ਤੁਰ ਫਿਰ ਰਹੇ ਸੀ। ਹੁਣ ਜ਼ਿਆਦਾ ਪਤਾ ਲੱਗਿਆ ਕਿ ਤੁਹਾਡੀ ਤਬੀਅਤ ਥੋੜ੍ਹੀ ਜ਼ਿਆਦਾ ਖਰਾਬ ਹੋ ਗਈ ਹੈ। ਸਭ ਤੋਂ ਪਹਿਲਾਂ ਤਬੀਅਤ ਬਾਰੇ ਆਪਣੀ ਜਾਣਕਾਰੀ ਦੇ ਦਿਓ ਜੀ ਦਰਸ਼ਕਾਂ ਨੂੰ। ਮੈਂ ਸੁਖਵਿੰਦਰ ਆਪਣਾ 1.5-2 ਮਹੀਨੇ ਤੋਂ ਮੇਰਾ ਇਲਾਜ ਚੱਲ ਰਿਹਾ ਸੀਗਾ ਡਾਕਟਰ ਗੌਰਵ ਦੇ ਕੋਲ, ਚੰਡੀਗੜ੍ਹ ਫਿਜ਼ੀਓ ਹੈ ਸਾਡਾ ਜੀ, ਔਰ ਉਹ ਮੇਰੀ ਟ੍ਰੀਟਮੈਂਟ ਬੋਡੀ ਦੀ ਕਰ ਰਹੇ ਸੀ, ਕਿਉਂਕਿ ਕੁਛ ਲੈਵਲ 'ਤੇ ਐਕਸਰਸਾਈਜ਼ ਵਗੈਰਾ ਜਦ ਕੀਤੀਆਂ ਸੀ ਉਹਦੇ ਨਾਲ ਮਸਲ ਮੇਰੇ ਟੀਅਰ ਹੋ ਗਏ ਸੀ ਕਾਫੀ ਬੋਡੀ ਦੇ ਜੀ। ਅਤੇ ਉਹ ਇਲਾਜ ਚੱਲਦੇ ਵਿੱਚ ਅਜੇ ਇਲਾਜ ਪੂਰਾ ਨਹੀਂ ਸੀ ਹੋਇਆ ਤਾਂ ਫਿਰ ਆਪਣਾ ਕਿਸਾਨਾਂ ਦਾ ਅੰਦੋਲਨ ਆ ਗਿਆ। ਫਿਰ ਉਹ ਮੈਂ ਸਾਰਾ ਕੁਛ ਵਿੱਚੇ ਹੀ ਛੱਡਤਾ। 72-73 ਦਿਨ ਹੋ ਗਏ ਅੱਜ। ਅਤੇ ਉਹ ਚੱਲਦੇ ਕਾਫੀ ਪ੍ਰੋਬਲਮਸ ਆ ਰਹੀਆਂ ਸੀ ਵਿੱਚ। ਮੈਂ ਦਵਾਈ ਖਾ ਲੈਂਦਾ ਸੀ, ਕਦੇ ਦਰਦ ਦੀ ਗੋਲੀ ਖਾ ਲੈਂਦਾ ਸੀ, ਕਦੇ ਟੀਕਾ ਲਵਾ ਲੈਂਦਾ ਸੀ ਡਾਕਟਰ ਤੋਂ ਉੱਥੇ ਹੀ ਦਿੱਲੀ ਜਿੱਥੇ ਠਹਿਰੇ ਹੋਏ ਸੀ ਅਸੀਂ। ਔਰ ਮੈਂ ਸੋਚ ਰਿਹਾ ਸੀ ਕਿ ਭਾਵੇਂ ਕੁਛ ਵੀ ਹੋ ਜੇ, ਮੈਂ ਵਿੱਚ ਛੱਡ ਕੇ ਨਹੀਂ ਜਾਣਾ ਆਪਣੇ ਕਿਸਾਨਾਂ ਨੂੰ, ਭਾਵੇਂ ਆਪਾਂ ਮਰ ਜਾਈਏ। ਮੈਨੂੰ ਤਾਂ ਇਹ ਵੀ ਮੈਂ ਹਮੇਸ਼ਾ ਗੱਲ ਕਹਿੰਦਾ ਰਿਹਾ। ਸੋ ਉਹਦੇ ਨਾਲ ਥੋੜ੍ਹਾ ਕੀ ਹੋਇਆ ਕਿ ਬਹੁਤ ਜ਼ਿਆਦਾ ਹੀ ਮੇਰੇ ਮਸਲ, ਮੇਰਾ ਗੁੱਟ ਜਿਹੜਾ ਹੈ ਇਹ ਜੀ ਹੱਡੀ ਲੈਫਟ ਵਾਲੀ ਥੋੜ੍ਹੀ ਹੋ ਗਈ, ਫਰੈਕਚਰ ਹੋ ਗਈ, ਹੇਅਰ ਲਾਈਨ ਫਰੈਕਚਰ ਆ ਗਿਆ ਇਹਦੇ ਵਿੱਚ, ਅਤੇ ਮਸਲ ਸਾਰੇ ਜਿਹੜੇ ਹੈਗੇ ਨੇ ਉਹਨਾਂ ਦੇ ਟੀਅਰ ਆਫ ਹੋ ਗਏ। ਅਤੇ ਉਹ ਫਿਰ ਚੱਲ ਨਹੀਂ ਸੀ ਹੋ ਰਿਹਾ, ਬੜੀ ਮੁਸ਼ਕਿਲ ਨਾਲ ਮੈਂ ਉੱਥੇ ਬੜਾ ਔਖਾ ਜਦ ਤੁਰ ਰਿਹਾ ਸੀ, ਕਿਉਂਕਿ ਮੈਂ ਮਿੱਥਿਆ ਹੋਇਆ ਸੀ ਮੈਂ ਪੈਦਲ ਤੁਰ ਕੇ ਸਾਰੇ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ ਆਪਣੇ ਹਿੱਕ ਨਾਲ ਲਾ ਕੇ ਜਾਣਾ। ਹਰੇਕ ਨੂੰ ਮਿਲਦੇ ਜਾਂਦੇ ਸੀ, ਹਰੇਕ ਨਾਲ ਗੱਲ ਕਰਦੇ ਜਾਂਦੇ ਸੀ, ਲੰਗਰ ਖਾਂਦੇ ਸੀ। ਔਰ ਉਹ 10 ਕਿਲੋਮੀਟਰ ਜਾਣਾ, 10 ਕਿਲੋਮੀਟਰ ਆਉਣਾ, ਉਹਦੇ ਨਾਲ ਕਾਫੀ ਸ਼ਾਇਦ ਬੋਡੀ ਜਿਹੜੀ ਹੈ ਉਹਦੇ ਨਾਲ ਉਹਦੇ 'ਤੇ ਬੋਝ ਪੈ ਗਿਆ। ਪਰ ਕੋਈ ਗੱਲ ਨਹੀਂ, ਹੋ ਜਾਊਗਾ ਠੀਕ ਟਾਈਮ ਦੇ ਨਾਲ। ਇਹ ਤਾਂ ਹੁੰਦਾ ਹੀ ਰਹਿੰਦਾ ਹੈ, ਚੱਲਦਾ ਰਹਿੰਦਾ, ਸ਼ੇਰਾਂ ਨੂੰ ਸੱਟਾਂ ਲੱਗਦੀ ਰਹਿੰਦੀ, ਕੀ ਪਰਵਾਹ ਹੈ। ਅਤੇ ਡਾਕਟਰ ਇਲਾਜ ਕਰ ਰਹੇ ਨੇ, ਟੀਕੇ ਟੂਕੇ ਲੱਗ ਰਹੇ ਨੇ ਮੇਰੇ, ਕਾਫੀ ਫਿਜ਼ੀਓਥੈਰੇਪੀ ਵੀ ਚੱਲ ਰਹੀ ਹੈ, ਸਭ ਕੁਛ ਹੋ ਰਿਹਾ। ਸੋ ਮਹਾਰਾਜ ਕਿਰਪਾ ਕਰੇਗਾ, ਜਲਦੀ ਹੀ ਮੈਂ ਠੀਕ ਹੋ ਜਾਵਾਂਗਾ। ਥੋੜ੍ਹਾ ਟਾਈਮ ਜ਼ਰੂਰ ਲੱਗੂਗਾ, ਪਰ ਸਿਹਤ ਠੀਕ ਕਰਕੇ ਨਿਕਲੂੰਗਾ ਬਾਹਰ। ਆਵਾਜ਼ ਤਾਂ ਤੁਹਾਡੀ ਤੋਂ ਲੱਗ ਰਿਹਾ ਕਿ ਤੁਸੀਂ ਚੜ੍ਹਦੀ ਕਲਾ 'ਚ ਹੀ ਹੋ, ਪਰ ਡਾਕਟਰ ਨੇ ਕੀ ਸਲਾਹ ਦਿੱਤੀ ਹੈ ਕਿ ਕਿੰਨੇ ਦਿਨਾਂ 'ਚ ਤੁਸੀਂ ਜ਼ਿਆਦਾ ਠੀਕ ਹੋ ਜਾਓਗੇ? ਡਾਕਟਰ ਗੌਰਵ ਤੇ ਆਪਣੀ ਇੱਕ ਹੋਰ ਡਾਕਟਰ ਨੇ ਸਾਡੇ, ਈਸ਼ਾ ਕਰਕੇ, ਉਹ ਦੋਨੋਂ ਇਕੱਠੇ ਨੇ ਅਤੇ ਉਹ ਕਾਫੀ 3 ਟਾਈਮ ਆਉਂਦੇ ਨੇ, ਸਵੇਰੇ, ਦੁਪਹਿਰੇ, ਸ਼ਾਮ। ਇੱਕ MR ਦੀ ਗੋਲੀ ਮੈਂ ਖਾ ਰਿਹਾ, ਉਹ ਬੜੀ ਸਟਰੋਂਗ ਗੋਲੀ ਹੈ, ਪੇਨ ਕਿਲਿੰਗ ਟੈਬਲੇਟ ਆ, ਮਸਲਸ ਵਾਸਤੇ ਬਣੀ ਹੈ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਤੁਸੀਂ ਹੁਣ ਅੱਗੇ ਤੁਰਨਾ ਜਾਂ 4-6 ਮਹੀਨੇ ਅੱਗੇ ਠੀਕ ਰਹਿਣਾ, ਅਤੇ ਕਿਉਂਕਿ ਤੁਸੀਂ ਆਪਣਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਤਾਂ ਮੇਰੇ ਸੂਈਆਂ ਵਗੈਰਾ, ਨੀਡਲਿੰਗ ਵਗੈਰਾ, ਕਫਿੰਗ ਵਗੈਰਾ ਜਿਹੜੀ ਹੈਗੀ ਹੈ, ਜਿਹਦੇ ਨਾਲ ਮਾਸ ਖਿੱਚਦੇ ਆ, ਕੁਛ ਬਲੱਡ ਕਲੌਟਸ ਮੇਰੀ ਬੋਡੀ 'ਚ ਹੋ ਗਏ ਸੀਗੇ, ਉਹ ਬਲੱਡ ਕਲੌਟਸ ਉਹ ਸੂਈਆਂ ਨਾਲ ਕੱਢਦੇ ਨੇ ਮੇਰੇ, ਕਾਫੀ ਉਹ ਥਿਕ ਬਲੱਡ ਕਲੌਟਸ ਆਉਂਦੇ ਨੇ। ਔਰ ਕਾਫੀ ਪੇਨ ਪ੍ਰੋਸੈਸ ਹੁੰਦਾ, ਜਦ ਵੀ ਉਹ 2-3 ਘੰਟੇ ਰੋਜ਼ ਲਾਉਂਦੇ ਨੇ, ਦਰਦ ਬਹੁਤ ਹੁੰਦੀ ਹੈ। ਬਟ ਉਹ ਕਹਿੰਦੇ ਨੇ ਵੀ ਇਹ ਮਸਲ ਬੜੇ ਸਟਿਫ ਹੋ ਗਏ, ਬਲੱਡ ਫਲੋ ਬੋਡੀ 'ਚ ਘੱਟ ਗਿਆ ਕਿਉਂਕਿ ਫਟ ਗਿਆ ਸਾਰੇ ਟਿਸ਼ੂਜ਼ ਅੰਦਰ। ਸੋ ਮਿਹਨਤ ਬਹੁਤ ਕਰ ਰਹੇ ਡਾਕਟਰ, ਔਰ ਬਹੁਤ ਪੇਨਫੁਲ ਇਲਾਜ ਚੱਲ ਰਿਹਾ, ਪਰ ਕੋਈ ਨਹੀਂ, ਗੁਰੂ ਮਹਾਰਾਜ ਕਿਰਪਾ ਕਰਨਗੇ ਬਾਬਾ ਜੀ। ਤਕਲੀਫਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੇ। ਸਾਡੇ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ, ਇਹ ਅਸੀਂ ਮਹਾਰਾਜ ਸਾਡੀ ਜਿੱਤ ਹੋ ਜਾਏ ਅਤੇ ਸਾਡੇ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਕਿਸਾਨਾਂ 'ਤੇ, ਅਤੇ ਆਪਾਂ ਸਾਰੇ ਹਿੰਦੁਸਤਾਨ ਦੇ ਕਿਸਾਨ ਜਿੱਤ ਕੇ ਘਰ ਜਾਣ। ਅਤੇ ਸਿਹਤ ਦਾ ਕੀ ਹੈ, ਇਹਨਾਂ ਵਾਸਤੇ ਤਾਂ ਜਾਨ ਵੀ ਹਾਜ਼ਰ ਹੈ, ਤਾਂ ਛੋਟੀਆਂ ਗੱਲਾਂ ਹੋ ਜਾਣਗੀਆਂ। ਕਰਦੇ ਹਾਂ ਜੀ, ਤੁਹਾਡੀ ਸਿਹਤ ਜਿਹੜੀ ਹੈਗੀ ਆ ਪ੍ਰਮਾਤਮਾ ਕਰੇ ਜਲਦ ਠੀਕ ਹੋਵੇ ਅਤੇ ਜਲਦੀ ਤੁਸੀਂ ਕਿਸਾਨਾਂ ਦੇ ਵਿੱਚ ਵਾਪਸੀ ਕਰੋ। ਤਾਂ ਜਿਹੜਾ ਕੱਲ੍ਹ ਨੂੰ ਕਿਸਾਨ ਅੰਦੋਲਨ ਦੇ ਵੱਲੋਂ ਐਲਾਨ ਕੀਤਾ ਗਿਆ ਭਾਰਤ ਬੰਦ ਦੇ ਸੱਦੇ ਦਾ, ਤੁਸੀਂ ਉਸ ਕਿਵੇਂ ਦੇਖਦੇ ਹੋ? ਮੈਂ ਅਪੀਲ ਕੀਤੀ ਹੈ ਆਪਣੇ ਸਾਰੇ ਭਾਰਤ ਵਾਸੀਆਂ ਨੂੰ
ਇਹ ਆਪਾਂ ਹਮਾ ਕੇ ਸਾਰੇ ਆਈਏ ਔਰ ਜਿਹੜਾ ਚੱਕਾ ਜਾਮ ਹੈ ਕੱਲ ਨੂੰ ਇਹਨੂੰ ਆਪਾਂ ਕਾਮਯਾਬ ਕਰੀਏ। ਤੁਸੀਂ ਵੀਡੀਓ ਸ਼ਾਇਦ ਮੇਰੀ ਦੇਖੀ ਹੋਊਗੀ ਔਰ ਮੈਂ ਉਸ ਵੀਡੀਓ 'ਚ ਵੀ ਐਲਾਨ ਕੀਤਾ ਸੀ ਕਿ ਆਪਣੇ ਆਪਣੇ ਈਸ਼ਟ ਦੇ ਹਿਸਾਬ ਨਾਲ ਗੁਰੂ ਮਹਾਰਾਜ ਨੇ ਹੁਕਮ ਲਾਇਆ ਵੀ ਮੂਲ ਮੰਤਰ ਦਾ ਪਾਠ ਕਰੋ, ਆਪਣੇ ਆਪਣੇ ਪੂਜਾ ਕਰੋ, ਹਵਨ ਕਰੋ, ਸਾਰੇ ਆਪਣੇ ਆਪਣੇ ਧਰਮਾਂ ਦੇ ਹਿਸਾਬ ਨਾਲ ਆਪਾਂ ਗੁਰੂ ਮਹਾਰਾਜ ਨੂੰ ਰੱਬ ਨੂੰ ਧਿਆਈਏ ਤਾਂ ਕਿ ਸਾਡਾ ਜਿਹੜਾ ਅੰਦੋਲਨ ਹੈ ਇਹ ਕਾਮਯਾਬ ਹੋ ਸਕੇ। ਔਰ ਮੈਂ ਸਮਝਦਾ ਬੜਾ ਜ਼ਰੂਰੀ ਸੀ ਕਿ ਦਿੱਲੀ ਦੇ ਤਖਤੋ ਤਾਜ ਨੂੰ ਇਹ ਦੱਸਣਾ ਬੜਾ ਜ਼ਰੂਰੀ ਸੀ ਕਿ ਹਿੰਦੁਸਤਾਨ ਦੇ ਸਾਰੇ ਲੋਕ, ਸਾਰੇ ਧਰਮਾਂ ਦੇ ਲੋਕ, ਸਾਰੇ ਵਰਗ ਦੇ ਲੋਕ ਇਕੱਠੇ ਨੇ ਔਰ ਇੱਕ ਦੂਜੇ ਨਾਲ ਕਿੰਨਾ ਪਿਆਰ ਕਰਦੇ ਨੇ ਔਰ ਇੱਕ ਦੂਜੇ ਨਾਲ ਕਿੰਨਾ ਜੁੜ ਕੇ ਚੱਲਣਾ ਚਾਹੁੰਦੇ ਨੇ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਸੁਖਵਿੰਦਰ ਕਿ ਸਾਡਾ ਅੰਦੋਲਨ ਕਾਮਯਾਬ ਹੋ ਗਿਆ ਇਸ ਲਈ ਕਿ ਸਾਰੇ ਧਰਮਾਂ ਨੂੰ ਤੇ ਸਾਰੇ ਵਰਗ ਦੇ ਲੋਕਾਂ ਨੂੰ ਅਸੀਂ ਇਕੱਠੇ ਕਰ ਸਕੇ। ਮੈਂ ਆਪਣੇ ਆਪ ਨੂੰ ਬੜਾ ਵਡਭਾਗੀ ਸਮਝਦਾ ਕਿ ਰੱਬ ਨੇ ਮੈਨੂੰ ਸ਼ਕਤੀ ਬਖਸ਼ੀ। ਮੈਂ ਜੋ ਪਿਛਲੇ 70-72 ਦਿਨ ਤੋਂ ਹਿੰਦੁਸਤਾਨ ਦੀ ਪਿਛਲੀ ਹਿਸਟਰੀ ਸੁਣਾਉਂਦਾ ਆ ਰਿਹਾ ਸੀ ਔਰ ਜਵਾਨਾਂ ਨੂੰ ਅੱਗੇ ਤੁਰਨਾ ਚਾਹੁੰਦਾ ਸੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਨਾਲ ਪਿੱਛੇ ਵੱਡ ਵਡੇਰੇ ਤੁਹਾਡੇ ਕੀ ਕਰਦੇ ਰਹੇ, ਸਾਡੇ ਦੇਸ਼ ਨਾਲ ਕੀ ਕੁਛ ਹੁੰਦਾ ਰਿਹਾ ਪਿਛਲੇ 2000 ਸਾਲ ਤੋਂ। ਉਹੀ ਮੇਰਾ ਇੱਕ ਮਕਸਦ ਸੀ ਕਿ ਮੈਂ ਸਾਰੇ ਨੌਜਵਾਨਾਂ ਨੂੰ, ਹਿੰਦੁਸਤਾਨ ਦਿਆਂ ਨੂੰ, ਪੰਜਾਬ ਦਿਆਂ ਨੂੰ ਜਗਾ ਸਕਾਂ ਔਰ ਉਹ ਜਾਗੇ। ਔਰ ਮੈਂ ਜਦ ਵੀ ਅੰਦੋਲਨ ਦੇ ਤੇ ਉਹ ਮੈਨੂੰ ਸਾਰੇ ਕਹਿੰਦੇ ਕਿ ਭਾਜੀ ਤੁਸੀਂ ਸਾਨੂੰ ਜਗਾ ਤਾਂ ਨਹੀਂ, ਇਸ ਤਰ੍ਹਾਂ ਸੁੱਤੇ ਪਏ ਸੀ। ਮੈਨੂੰ ਬੜੀ ਖੁਸ਼ੀ ਹੋਈ ਕਿ ਰੱਬ ਨੇ ਮੈਨੂੰ ਇੰਨੀ ਤਾਕਤ ਬਖਸ਼ੀ ਕਿ ਮੈਂ ਆਪਣੇ ਸਾਰੇ ਨੌਜਵਾਨ ਲੋਕਾਂ ਨੂੰ, ਸਾਰੇ ਵਰਗ ਦੇ ਲੋਕਾਂ ਨੂੰ ਜਗਾ ਕੇ ਤੇ ਅੱਜ ਉਹਨਾਂ ਨੂੰ ਇਕੱਠਾ ਕਰ ਸਕਿਆ। ਇਹ ਮੈਂ ਖੁਦਾ ਦਾ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ। ਬੇਸ਼ੱਕ ਪਿਛਲੇ ਕਈ ਦਿਨਾਂ ਤੋਂ ਕੇਂਦਰ ਦੇ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਚੱਲਦੀਆਂ ਆ ਰਹੀਆਂ ਨੇ। ਵਿੱਚ ਦੀ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਉਹ ਮੀਟਿੰਗ ਦੇ ਦੌਰਾਨ ਕਈ ਵਾਰੀ ਇਹੋ ਜਿਹੀਆਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਸੀ, ਉਮੀਦਾਂ ਜਤਾਈਆਂ ਜਾ ਰਹੀਆਂ ਸੀ ਕਿ ਹੋ ਸਕਦਾ ਕਿ ਇਸ ਮੀਟਿੰਗ ਦੇ ਵਿੱਚ ਜਾਂ ਇਸ ਤੋਂ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਬਿੱਲਾਂ ਨੂੰ ਰੱਦ ਕਰਨ ਸੰਬੰਧੀ, ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਕੋਈ ਠੋਸ ਫੈਸਲਾ ਆ ਜਾਵੇ, ਕਿਸਾਨਾਂ ਦੀ ਜਿੱਤ ਵੱਲ ਨੂੰ ਫੈਸਲਾ ਆ ਜਾਵੇ। ਪਰ ਫਿਰ ਵੀ ਉਹ ਜਿਹੜੀਆਂ ਮੀਟਿੰਗਾਂ ਸੀ ਬੇਸਿੱਟਾ ਰਹੀਆਂ। ਬਾਰ-ਬਾਰ ਇਹੋ ਜਿਹੇ ਬਿਆਨ ਆਉਣੇ ਕੇਂਦਰ ਦੇ ਵੱਲੋਂ ਕਿ ਭਾਈ ਸੋਧ ਨੂੰ ਤਾਂ ਅਸੀਂ ਤਿਆਰ ਹਾਂ ਪਰ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਹੋਣਗੇ। ਇਹਨਾਂ ਬਿਆਨਬਾਜ਼ੀਆਂ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਪਹਿਲੀ ਗੱਲ ਤੇ ਇਹ ਜਦ ਹਿੰਦੁਸਤਾਨ ਦੀ ਆਵਾਮ ਦੀ ਆਵਾਜ਼ ਉੱਥੇ ਕਾਨੂੰਨ ਦੇ ਬਿੱਲ ਤਾਂ ਵਾਪਸ ਲੈਣੇ ਪੈਣਗੇ, ਠੀਕ ਹੈ ਜੀ। ਜੇ ਪਿਆਰ ਨਾਲ ਵਾਪਸ ਹੋ ਜਾਣ ਤਾਂ ਬਹੁਤ ਚੰਗਾ ਹੈ। ਮੇਰੀ ਤਾਂ ਇਲਤਜਾ ਹੈ ਕਿ ਜਿਹੜੀ ਚੀਜ਼ ਪਿਆਰ ਨਾਲ ਮੁੱਕ ਜੇ ਵਧੀਆ। ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਬਹੁਤ ਕੁਛ ਸਿਆਸੀ ਪਾਰਟੀਆਂ ਜਾਂ ਸੈਂਟਰ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਕਿਤੇ ਕੁਛ ਹੋ ਜੇ। ਤੁਹਾਨੂੰ ਯਾਦ ਹੋਊਗਾ ਪਿੱਛੇ ਜੇ 5-6 ਦਿਨ ਪਹਿਲਾਂ 5-6 ਬੰਦੇ ਫੜੇ ਗਏ, ਕੋਈ ਬੰਬ ਉੱਥੇ ਫਿੱਟ ਕਰ ਰਹੇ ਸੀਗੇ ਔਰ ਉਹਨਾਂ ਨੂੰ ਪੁਲਿਸ ਬਚਾ ਕੇ ਲੈ ਗਈ ਔਰ ਉਹ ਕਨਫੈਸ ਵੀ ਕੀਤਾ ਉਹਨਾਂ ਨੇ ਉੱਥੇ। ਇਹੋ ਜਿਹੇ ਬੜੇ ਹਾਲਾਤ ਡਿਵੈਲਪ ਹੋ ਰਹੇ ਹੈ। ਉਸ ਤੋਂ ਸੁਣਨ ਆਇਆ ਕਿ ਪਟੀਸ਼ਨ ਇਹਨਾਂ ਨੇ ਹਾਈ ਕੋਰਟ 'ਚ ਪਾ ਰੱਖੀ ਹੈ ਜੇ ਸਾਨੂੰ ਅੰਦੋਲਨ ਜਿਹੜਾ ਹੈ ਇਹ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਔਰ ਸ਼ਾਇਦ ਇਸ ਕਰਕੇ ਟਾਈਮ ਲਿਆ ਜਾ ਰਿਹਾ। ਸੋ ਹਰ ਚੀਜ਼ ਦੇ ਪੱਖੇ ਨਜ਼ਰ ਰੱਖਦੇ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਮੈਂ ਤਾਂ ਇਹ ਗੱਲ ਕਹੂੰਗਾ ਵੀ ਤੁਸੀਂ ਰਾਤ ਨੂੰ ਆਪਣੇ 2-3-4-10 ਹਜ਼ਾਰ ਬੰਦੇ ਦਿਨੇ ਸੌ ਜਾਣ ਤੇ ਰਾਤ ਨੂੰ ਜਿਹੜਾ ਹੈ ਉਹ ਆਪਣਾ ਪਹਿਰੇ ਦੇਣ ਔਰ ਦੇਖਣ ਕਿਤੇ ਕੋਈ ਗੱਲ ਇਹੋ ਜਿਹੀ ਨਾ ਹੋ ਜੇ। ਸ਼ਾਂਤੀ ਸੰਪੂਰਨ ਆਪਾਂ ਹਮੇਸ਼ਾ ਪਿਆਰ ਸਦਕੇ ਆਪਾਂ ਸਾਰੇ ਧਰਮਾਂ ਦੇ ਲੋਕ, ਸਾਰੇ ਵਰਗ ਦੇ ਲੋਕ ਬੈਠੇ ਆ ਤੇ ਮੈਨੂੰ ਇਸ ਗੱਲ ਦਾ ਪਤਾ ਵੀ ਸਰਕਾਰ ਨੂੰ ਟਾਈਮ ਚਾਹੀਦਾ ਕਿਉਂਕਿ ਸਰਕਾਰ ਕੁਛ ਵੀ ਕੱਲ ਨੂੰ ਕਰ ਸਕਦੀ ਹੈ, ਕਿਵੇਂ ਵੀ ਕਰ ਸਕਦੀ ਹੈ। ਸੋ ਸਾਵਧਾਨ ਰਹਿਣ ਦੀ ਬੜੀ ਲੋੜ ਹੈ। ਲੇਕਿਨ ਤੁਸੀਂ ਗੱਲ ਕਰੋ ਟੇਬਲ ਤੇ ਕ੍ਰੋਸ ਔਰ ਗੱਲਾਂ ਬਾਤਾਂ ਨਾਲ ਹੀ ਮਸਲੇ ਨਿਬੜਦੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਛ ਵੀ ਕਰ ਲਓ। ਜਦ ਤੱਕ ਤੁਸੀਂ ਇੱਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਤੁਸੀਂ ਆਪਣੀ ਗੱਲ ਰੱਖੋ, ਤੁਸੀਂ ਆਪਣੀ ਗੱਲ ਰੱਖੋ। ਲੇਕਿਨ ਮੈਂ ਫਿਰ ਵੀ ਸੈਂਟਰ ਸਰਕਾਰ ਨੂੰ ਇਲਤਜਾ ਕਰੂੰਗਾ, ਉਹਨਾਂ ਨੂੰ ਪ੍ਰਾਰਥਨਾ ਕਰੂੰਗਾ ਕਿ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਆਪਣੇ ਦੇਸ਼ ਦੇ ਵਿੱਚ ਐਸੇ ਹਾਲਾਤ ਨਾ ਪੈਦਾ ਕਰੋ ਕਿ ਕੱਲ੍ਹ ਨੂੰ ਤੁਸੀਂ ਆਪ ਹੀ ਕਹੋ ਵੀ ਸ਼ਾਇਦ ਅਸੀਂ ਗਲਤੀ ਕਰ ਲਈ। ਸੋ ਅੱਜ ਵੀ ਬੈਠ ਕੇ ਜੋ ਕੁਛ ਵੀ ਕਿਸਾਨਾਂ ਦਾ ਮੁੱਦਾ ਹੈ ਇਹਨੂੰ ਖਤਮ ਕਰਨਾ ਚਾਹੀਦਾ। ਲੇਕਿਨ ਇੱਕ ਚੀਜ਼ ਮੈਂ ਕਹਿ ਦੇਣਾ ਚਾਹੁੰਦਾ ਸਾਰੇ ਜਥੇਬੰਦੀਆਂ ਨੂੰ, ਸਾਰੇ ਕਿਸਾਨਾਂ ਨੂੰ, ਹਿੰਦੁਸਤਾਨਾਂ ਦੇ ਨੂੰ, ਸਾਰੇ ਹਿੰਦੁਸਤਾਨ ਭਾਰਤ ਦੀ ਜਥੇਬੰਦੀ, ਮੈਂ ਤਾਂ ਹੁਣ ਭਾਰਤ ਦੀ ਜਥੇਬੰਦੀ ਕਹਿਣ ਲੱਗ ਗਿਆ ਕਿਉਂਕਿ ਭਾਰਤ ਦੀ ਜਥੇਬੰਦੀ ਹੈ ਜਿਹਦੇ ਵਿੱਚ ਸਾਰੇ ਵਰਗ ਦੇ ਲੋਕ ਨੇ, ਸਾਰੇ ਧਰਮ ਦੇ ਲੋਕ ਨੇ। ਤੁਸੀਂ ਖਿਆਲ ਰੱਖਿਓ ਜੇ ਛੇਤੀ ਕਰਕੇ ਕੰਮ ਨਹੀਂ ਹੋਣਾ, ਕਿਸੇ ਹੱਦ ਤੱਕ ਵੀ ਗੱਲ ਜਾ ਸਕਦੀ ਹੈ। ਤਕੜੇ ਰਹੋ, ਚੜ੍ਹਦੀ ਕਲਾ 'ਚ ਰਹੋ, ਇਕੱਠੇ ਰਹੋ। ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਸੀ, ਅੱਜ ਫੇਰ ਕਹਿਣਾ, ਆਪਣੇ ਇਤਿਹਾਸ ਨੂੰ ਯਾਦ ਰੱਖਿਓ, ਆਪਣੇ ਦੇਸ਼ ਨੂੰ ਯਾਦ ਰੱਖਿਓ, ਇਕੱਠੇ ਰਹੋ ਔਰ ਇਕੱਠੇ ਹੋ ਕੇ ਚੱਲਿਓ, ਇੱਕ ਬਾਂਹ ਨਾਲ ਬਾਂਹ ਪਾ ਕੇ। ਜੈ ਜਵਾਨ ਜੈ ਕਿਸਾਨ ਦਾ ਨਾਅਰਾ ਜਿਹੜਾ ਲੱਗਿਆ ਸੀ ਉਹ ਅੱਜ ਵੀ ਕਾਇਮ ਰਹਿਣਾ ਚਾਹੀਦਾ। ਅਸੀਂ ਸਾਡੇ ਕਿਸਾਨ, ਸਾਡੇ ਸਾਰੇ ਜਿੰਨੇ ਵੀ ਲੋਕ ਹੈ ਹਿੰਦੁਸਤਾਨ ਦੇ,
ਤੁਸੀਂ ਇਕੱਠੇ ਹੋ ਕੇ ਚੱਲੋ ਔਰ ਭਾਰਤ ਦਾ ਮੁਕੱਦਰ ਜਿਹੜਾ ਹੈ ਇਹਨੂੰ ਅੱਗੇ ਜਾ ਕੇ ਬਦਲੋ ਤਾਂ ਕਿ ਭਾਰਤ ਇੱਕ ਬਹੁਤ ਖੁਸ਼ਹਾਲ ਦੇਸ਼ ਬਣ ਸਕੇ। ਪਹਿਲਾਂ ਜਿਸ ਤਰੀਕੇ ਦੇ ਨਾਲ ਕਿਸਾਨ ਲੀਡਰਾਂ ਦੇ ਬਾਰੇ ਗੱਲਾਂ ਹੁੰਦੀਆਂ ਸੀ ਕਿ ਜਿਹੜੇ ਕਿਸਾਨ ਲੀਡਰ ਨੇ ਲੋਕਾਂ ਨੂੰ ਇਕੱਠੇ ਕਰਕੇ ਧਰਨੇ ਤਾਂ ਲਵਾ ਲੈਂਦੇ ਨੇ, ਪਰ ਜਿਹੜੀ ਹੈਗੀ ਆ ਬਾਅਦ ਦੇ ਵਿੱਚ ਪੈਸੇ ਲੈ ਕੇ ਮੁੱਕ ਜਾਂਦੇ। ਪਰ ਇਸ ਵਾਰ ਜਿਹੜੇ ਕਿਸਾਨ ਆਗੂ ਨੇ, ਸਾਡੇ ਕਿਸਾਨ ਲੀਡਰ ਨੇ, ਜਿਸ ਦ੍ਰਿੜਤਾ ਦੇ ਨਾਲ ਅੜੇ ਹੋਏ ਨੇ, ਜਿਸ ਮਕਸਦ ਨੂੰ ਲੈ ਕੇ ਅੜੇ ਹੋਏ ਨੇ, ਜਿਸ ਤਰੀਕੇ ਦੇ ਨਾਲ ਆਪਾਂ ਪਿਛਲੀ ਮੀਟਿੰਗ ਦੇ ਵਿੱਚ ਵੀ ਦੇਖਿਆ ਕਿ ਕੇਂਦਰ ਸਰਕਾਰ ਦੇ ਅੱਗੇ ਆਪਣੇ ਸਾਰੇ ਕਿਸਾਨ ਲੀਡਰ ਅੜ ਗਏ, ਕਹਿੰਦੇ ਕਿ ਹੋਰ ਅਸੀਂ ਕੋਈ ਗੱਲ ਹੀ ਨਹੀਂ ਕਰਨੀ, ਸਿਰਫ ਯੈਸ ਜਾਂ ਨੋ ਦੱਸੋ ਵੀ ਵਾਪਸ ਕਾਨੂੰਨ ਕਰਨੇ ਜਾਂ ਨਹੀਂ ਕਰਨੇ। ਤੁਸੀਂ ਕਿਸਾਨ ਆਗੂਆਂ ਦੀ ਦਲੇਰੀ ਨੂੰ ਕਿਵੇਂ ਦੇਖਦੇ? ਮੈਂ ਹਮੇਸ਼ਾ ਹੀ ਮੁਬਾਰਕਬਾਦ ਦਿੰਦਾ ਆਇਆ। ਹੁਣ ਇੱਕ ਪਹਿਲਾਂ ਤੁਸੀਂ ਸਵਾਲ ਕੀਤਾ ਸੀ, ਪਹਿਲਾਂ ਲੋਕ ਜੋ ਜਥੇਬੰਦੀਆਂ ਬਾਰੇ ਸੋਚਦੇ ਸੀ ਉਹ ਠੀਕ ਹੀ ਸੋਚਦੇ ਸੀ, ਕਿਉਂਕਿ ਜਿਹੜੇ ਲੀਡਰ ਸੀ ਜਾਂ ਜਿਹੜੀ ਸਿਆਸਤਦਾਨ ਪਾਰਟੀਆਂ ਸੀਗੀਆਂ ਇਹ ਆਪਾਂ ਨੂੰ ਖਰੀਦ ਲੈਂਦੀਆਂ ਸੀ ਔਰ ਕਦੇ ਆਪਾਂ ਜ਼ਿੰਦਗੀ 'ਚ ਮਹਿਸੂਸ ਨਹੀਂ ਕੀਤਾ ਸੀ। ਮੈਂ ਹੁਣੇ ਸੁਖਵਿੰਦਰ ਤੁਹਾਨੂੰ ਗੱਲ ਕਹਿ ਕੇ ਹਟਿਆ ਸੀ ਕਿ ਜਿੱਦਣ ਮੈਂ ਪਹਿਲੀ ਰੈਲੀ ਤੇ ਗਿਆ ਸੀ ਤੇ 10 ਰੈਲੀਆਂ ਤੋਂ ਬਾਅਦ ਮੈਂ ਸੋਚਣ ਲੱਗ ਗਿਆ ਸੀ ਸ਼ਾਇਦ ਪੰਜਾਬ ਦੇ ਲੋਕ ਕਦੇ ਇਕੱਠੇ ਨਹੀਂ ਹੋ ਸਕਦੇ, ਔਰ ਬੜਾ ਮਾਯੂਸ ਮੈਂ ਘਰੇ ਆਉਂਦਾ ਸੀਗਾ। ਜਦ ਮੈਂ 15ਵੀਂ 20ਵੀਂ ਰੈਲੀ ਦੇ ਵਿੱਚ ਗਿਆ, ਜਦ ਕਿ 15 25 30 ਹਜ਼ਾਰ 50 ਹਜ਼ਾਰ ਬੰਦਾ ਇਕੱਠਾ ਹੋਣ ਲੱਗ ਗਿਆ, ਤਾਂ ਮੈਨੂੰ ਮਹਿਸੂਸ ਹੋਣ ਲੱਗਿਆ ਸ਼ਾਇਦ ਮੇਰੀ ਜਿਹੜੀ ਆਵਾਜ਼ ਹੈ, ਇਸ ਆਵਾਜ਼ ਨੇ ਕੁਦਰਤ ਦੀ ਆਵਾਜ਼ ਬਣ ਕੇ ਇਹਨਾਂ ਨੂੰ ਜਗਾ ਦਿਆ ਔਰ ਇਹ ਜਾਗੇ ਔਰ ਸਾਰੇ ਇਕੱਠੇ ਹੋਏ। ਔਰ ਉਸ ਤੋਂ ਬਾਅਦ ਜੋ ਇਹਨਾਂ ਨੇ ਰੰਗ ਦਿਖਾਏ ਉਹ ਬਹੁਤ ਸਰਾਹਨਾਯੋਗ ਨੇ। ਮੈਂ ਬਹੁਤ ਧੰਨਵਾਦੀ ਹਾਂ ਜਥੇਬੰਦੀਆਂ ਦਾ, ਸਾਰੇ ਹਿੰਦੁਸਤਾਨ ਦੀਆਂ ਦਾ, ਕਿ ਤੁਸੀਂ ਹੁਮ ਹਮਾ ਕੇ ਪੰਜਾਬ ਮੂਹਰੇ ਲੱਗਿਆ, ਸਾਰੇ ਪਿੱਛੇ ਲੱਗੇ ਔਰ ਇਹ ਪੰਜਾਬ ਜਿਹੜਾ ਹੈ ਤੁਹਾਡੇ ਹਿੰਦੁਸਤਾਨ ਦੇ ਹਰ ਵਰਗ ਦਾ ਵੱਡਾ ਭਰਾ ਹੈ, ਤੁਹਾਡਾ ਰਖਵਾਲਾ ਹੈ, ਤੁਹਾਡਾ ਹਮੇਸ਼ਾ ਰੱਖਿਆ ਕਰਦਾ ਰਹੇਗਾ। ਔਰ ਜਿਹੜੀ ਗੱਲ ਕਿਸਾਨਾਂ ਦੀ ਹੈ, ਐਕਚੁਅਲੀ ਮੈਂ ਜੇ ਸੱਚ ਕਹਾਂ ਤਾਂ ਇਹ ਜਿੱਤ ਜਿਹੜੀ ਹੈ ਇਹ ਪੰਜਾਬ ਦੇ ਕਿਸਾਨਾਂ ਦੀ, ਹਿੰਦੁਸਤਾਨ ਦੇ ਕਿਸਾਨਾਂ ਦੀ ਹੈ। ਔਰ ਜਥੇਬੰਦੀਆਂ ਅੱਗੇ ਲੱਗੀਆਂ ਹੋਈਆਂ ਨੇ, ਉਹ ਅੜੀਆਂ ਹੋਈਆਂ ਨੇ, ਉਹ ਆਪਣੇ ਫੈਸਲੇ ਤੇ ਕਾਇਮ ਰਹਿਣਾ ਚਾਹੀਦਾ, ਪਿਆਰ ਨਾਲ, ਸਤਿਕਾਰ ਨਾਲ। ਜਦ ਤੱਕ ਗੱਲ ਚੱਲੇਗੀ ਆਪਾਂ ਚਲਾਵਾਂਗੇ ਔਰ ਜ਼ਰੂਰ ਆਪਾਂ ਇਹ ਲੜਾਈ ਜਿਹੜੀ ਹੈ ਇਹ ਰੱਬ ਦੀ ਤੇ ਸ਼ੈਤਾਨ ਦੀ ਲੜਾਈ ਹੈ। ਇਹਦੇ ਵਿੱਚ ਹਮੇਸ਼ਾ ਹੀ ਰੱਬ ਤੇ ਖੁਦਾ ਜਿੱਤਿਆ ਹੈ ਔਰ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਟਾਈਮ ਤੇ ਪੰਜਾਬ ਦੀ ਜਿੱਤ ਹੋਵੇਗੀ। ਮੈਂ ਸਮਝਾਂਗਾ ਮੇਰਾ ਕਾਰਜ ਪੂਰਾ ਹੋ ਗਿਆ। ਸਾਨੂੰ ਲੱਗਦਾ ਕਿ ਕਿਸਾਨ ਲੀਡਰਾਂ ਦੀ ਇਸੇ ਦਲੇਰੀ ਦੇ ਕਰਕੇ ਕੇਂਦਰ ਸਰਕਾਰ ਗੋਡਿਆਂ ਭਾਰ ਹੈ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਕਿਸਾਨ ਅੰਦੋਲਨ ਲੰਬਾ ਚੱਲੇ, ਪਰ ਜਿਸ ਤਰੀਕੇ ਦੇ ਨਾਲ ਹੁਣ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ, ਗੌਰਮੈਂਟ ਪ੍ਰੈਸ਼ਰਾਈਜ਼ ਹੋ ਰਹੀ ਹੈ, ਤਾਂ ਹੋ ਸਕਦਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਆਪਾਂ ਫੈਸਲਾ ਕਿਸਾਨ ਆਗੂ ਲੜਾਈ ਜਿੱਤ ਸਕਦੇ ਨੇ। ਮੈਂ ਇਹ ਸਮਝਦਾ ਕਿ ਜਿਹੜੀ ਆਹ ਕਿਸਾਨਾਂ ਦੀ ਲੜਾਈ ਹੈ ਜਾਂ ਕਿਸਾਨ ਜਥੇਬੰਦੀਆਂ ਦੀ ਤੁਸੀਂ ਗੱਲ ਕੀਤੀ ਹੈ, ਉਹ ਗੱਲ ਇਹ ਹੈ ਕਿ ਕੱਲੀ ਇਹ ਜਥੇਬੰਦੀਆਂ ਕਰਕੇ ਨਹੀਂ ਸਾਰਾ ਕੁਝ ਹੋ ਰਿਹਾ। ਇਹ ਕਿਸਾਨ ਸਾਰੇ ਹਿੰਦੁਸਤਾਨ ਦੇ, ਭਾਰਤ ਦੇ ਸਾਰੇ ਕਿਸਾਨਾਂ ਕਰਕੇ ਹੋ ਰਿਹਾ। ਔਰ ਇਹ ਲੜਾਈ ਜਥੇਬੰਦੀ ਲੜ ਰਹੇ ਨੇ, ਇਹ ਇੱਕ ਉਹਨਾਂ ਨੂੰ ਵਧਾਈ ਦੇ ਪਾਤਰ ਨੇ, ਲੇਕਿਨ ਜ਼ਿਆਦਾ ਵਧਾਈ ਦੇ ਪਾਤਰ ਜਿਹੜੇ ਹੈਗੇ ਨੇ ਉਹ ਸਾਰੇ ਹਿੰਦੁਸਤਾਨ ਦੇ ਕਿਸਾਨ, ਪੰਜਾਬ ਦੇ, ਹਰਿਆਣਾ ਦੇ, ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ ਪੰਜਾਬ ਨੇ, ਫਿਰ ਹਰਿਆਣਾ ਨਾਲ ਰਲਿਆ, ਫਿਰ ਦਿੱਲੀ, ਯੂਪੀ, ਕਰਨਾਟਕਾ, ਰਾਜਸਥਾਨ, ਸਾਰੇ ਆਪਣੇ ਨਾਲ ਰਲੇ। ਸੋ ਮੈਂ ਸਮਝਦਾ ਇਹ ਜਿਹੜੀ ਚੀਜ਼ ਹੈ ਇਹ ਅਸਲੀ ਜਿੱਤ ਕਿਸਾਨਾਂ ਦੀ ਹੈ। ਜਥੇਬੰਦੀ ਅੱਗੇ ਲੱਗੇ ਹੋਏ ਨੇ, ਉਹਨਾਂ ਨੂੰ ਅੱਗੇ ਲੱਗਣਾ ਪੈਣਾ ਔਰ ਉਹਨਾਂ ਨੂੰ ਇਸ ਗੱਲ ਨੂੰ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਪੈਣਾ ਕਿ ਹੁਣ ਪਹਿਲਾਂ ਵਰਗਾ ਵਕਤ ਨਹੀਂ ਰਿਹਾ ਜਿੱਥੇ ਕਦੇ ਸ਼ਾਇਦ ਜ਼ਿੰਦਗੀ ਤੁਸੀਂ ਢੇਰੀ ਢਾ ਦਿੰਦੇ ਸੀ। ਹੁਣ ਤੁਹਾਨੂੰ ਅੜ ਕੇ ਰਹਿਣਾ ਪੈਣਾ ਕਿਉਂਕਿ ਤੁਹਾਡੇ ਪਿੱਛੇ ਆਵਾਮ, ਤੁਹਾਡੇ ਪਿੱਛੇ 50-60 ਕਰੋੜ ਆਦਮੀ ਲੱਗਿਆ ਹੋਇਆ ਹੈ। ਤਾਂ ਤੁਸੀਂ ਇਸ ਗੱਲ ਦਾ ਯਕੀਨ ਕਰੋ ਕਿ ਤੁਸੀਂ ਵਧਾਈ ਦੇ ਪਾਤਰ ਵੀ ਹੋ, ਲੇਕਿਨ ਕਿਸਾਨ ਜਿਹੜੇ ਹੈ ਉਹ ਮੈਂ ਸਮਝਦਾ ਜ਼ਿਆਦਾ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਗੱਲ ਦਾ ਫੈਸਲਾ ਕਰ ਲਿਆ ਕਿ ਤੁਸੀਂ ਕੋਈ ਫੈਸਲਾ ਐਸਾ ਨਾ ਕਰਿਓ ਜਿਸ ਫੈਸਲੇ ਨਾਲ ਸਾਡਾ ਦਿਲ ਦੁਖੇ ਜਾਂ ਦਿਲ ਟੁੱਟੇ, ਕਿਉਂਕਿ ਹੁਣ ਅਸੀਂ ਬਰਦਾਸ਼ਤ ਨਹੀਂ ਕਰਨਾ। ਸੋ ਆਈ ਥਿੰਕ ਇਹ ਵੀ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ, ਮਹਿਸੂਸ ਕਰਦੇ ਨੇ ਔਰ ਜਥੇਬੰਦੀਆਂ ਨੇ ਵੀ ਇਸ ਗੱਲ ਦਾ ਮਹਿਸੂਸ ਕਰਦੇ ਨੇ ਕਿ ਅਸੀਂ ਇਕੱਠੇ ਹੋ ਗਏ ਹਾਂ ਔਰ ਸੁਨਹਿਰਾ ਪੰਜਾਬ ਰਚਣ ਦਾ ਵਕਤ ਆਉਣ ਵਾਲਾ ਹੈ। ਰੱਬ ਨੇ ਤੁਹਾਡੇ ਲਈ ਪਲੇਟਫਾਰਮ ਬਣਾਤਾ ਹੈ। ਹੁਣ ਇਕੱਠੇ ਹੋ ਕੇ ਆਪ ਦਾ ਪੰਜਾਬ ਸੰਭਾਲ ਲਿਓ ਜੇ, ਨਹੀਂ ਤਾਂ ਜੇ ਹੁਣ ਤੁਸੀਂ ਸਿਆਣੇ ਨਾ ਬਣੇ ਫਿਰ ਜ਼ਿੰਦਗੀ ਦੇ ਵਿੱਚ ਵਕਤ ਨਹੀਂ ਆਉਣਾ। ਸੋ ਜੋ ਕੁਝ ਹੁਣ ਹੋ ਰਿਹਾ ਹੈ ਇਹ ਤੁਹਾਡੀ ਝੋਲੀ ਪੈ ਜਾਣਾ, ਤੁਸੀਂ ਜਿੱਤ ਜਾਣਾ, ਤੁਸੀਂ ਆਪਣੇ ਆਪਣੇ ਘਰਾਂ ਨੂੰ ਵਾਪਸ ਵੀ ਆ ਜਾਣਾ। ਉਸ ਤੋਂ ਬਾਅਦ ਆਪਣਾ ਪੰਜਾਬ, ਆਪਣਾ ਦੇਸ਼ ਆਪਣੇ ਹੱਥ ਸੰਭਾਲ ਕੇ ਰੱਖਿਓ। ਨਹੀਂ ਰੱਖੋਗੇ ਲੋਕਾਂ ਕੋਲ ਵਿਕੋਗੇ। ਜੇ ਤੁਸੀਂ ਜਾ ਕੇ ਪਾਰਟੀਆਂ ਦੀਆਂ ਗੋਦੀਆਂ 'ਚ ਬੈਠੋਗੇ, ਜੇ ਤੁਸੀਂ ਜਾ ਕੇ ਜਿਹੜੇ ਲੀਡਰ ਨੇ ਉਹਨਾਂ ਦੀ ਗੋਦੀਆਂ 'ਚ ਬੈਠੋਗੇ, ਫਿਰ ਤੁਸੀਂ ਆਪਣੇ ਹਸ਼ਰ ਦੇ ਆਪ ਜ਼ਿੰਮੇਵਾਰ ਹੋਗੇ। ਫਿਰ ਮੈਨੂੰ ਨਾ ਕਹੋ ਜੀ।
ਯੋਗਰਾਜ ਜੀ, ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਤੁਹਾਡੀ ਸਿਹਤ ਜਲਦ ਠੀਕ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੁਖਵਿੰਦਰ ਜੀ।